ਲੀਡਰਸ਼ਿਪ ਝੂਠੇ ਸੁਪਨੇ ਕਿਵੇਂ ਦੱਸ ਰਹੀ ਹੈ ਸਾਨੂੰ? ਨਹੀਂ, ਇਹਨਾਂ ਨੇ ਹਿਊਮਨ ਰਾਈਟਸ ਵਾਇਲੇਸ਼ਨ ਉੱਥੇ ਕਰਾਣੀ ਹੈ ਹੋਵੇ ਤਾਂ ਕਸ਼ਮੀਰ ਤੇ ਕਿਦੋਂ ਦਾ ਆਜ਼ਾਦ ਹੋ ਗਿਆ ਹੋਵੇ। ਉੱਥੇ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਤੂੰ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਲੋੜ ਪਵੇ ਜੇ ਨਿਸ਼ਾਨਾ ਅਜ਼ਮਾਉਣੇ ਦੀ ਗੋਲੀ ਮੁੜੇ ਸੀਨੇ ਨੂੰ ਟਿਕਾਵੇ ਤੇਰਾ ਖਾਲਸਾ। ਓਏ ਅਸੀਂ ਤੇ ਇਹਨਾਂ ਜਜ਼ਬਾਤਾਂ ਨਾਲ ਪੜੇ ਬੜੇ ਆ, ਸਾਨੂੰ ਲਾਲਚਾਂ ਕਿਉਂ ਦੇਈ ਜਾ ਰਹੇ ਹੋ? ਰਾਜ ਆਪਣਾ ਤੇ ਜ਼ਮੀਨ ਵੀ ਆਪਣੀ ਤੇ ਆਸਮਾਨ ਵੀ ਆਪਣਾ। ਅਗਰ ਮਰਨ ਦੀ ਗੱਲ ਹੈ ਤੇ ਪਹਿਲੇ ਲੀਡਰ ਨੇ ਮਰਨਾ ਰਹੇ ਨੇ ਤੁਹਾਡੇ ਤੋਂ, ਤੇ ਸਿਰ ਮੰਗਣ ਤੋਂ ਘੱਟ ਕੁਝ ਵੀ ਨਹੀਂ ਹੈਗਾ। ਤੁਹਾਨੂੰ ਐਂਟੀ ਨੈਸ਼ਨਲ ਜਾਣ ਲਈ ਉਸੇ ਦੇਸ਼ ਵਿੱਚ ਰਹਿ ਕੇ ਕਹਿ ਰਹੇ ਹੋ ਕਿ ਉਹਨਾਂ ਤੋਂ ਸਿਰ ਮੰਗਣ ਤੋਂ ਘੱਟ ਕੁਝ ਵੀ ਨਹੀਂ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੈਂ ਹੁਣ ਇੱਕ ਵੀਡੀਓ ਦੇਖੀ ਹੈ YouTube ਤੇ ਗੁਰਪਤਵੰਤ ਪੰਨੂ ਦੀ ਰੈਫਰੈਂਡਮ 2020 ਨੂੰ ਲੈ ਕੇ, ਜੋ ਕੈਨੇਡਾ ਦਾ ਹੁਣੇ ਬਿਆਨ ਆਇਆ। ਤਾਂ ਮੈਂ ਕਿਹਾ ਯਾਰ ਇੰਨਾ ਫੁਕਰਾ ਵੀ ਕੋਈ ਹੋ ਸਕਦਾ? ਮੈਂ ਤਾਂ ਹੈਰਾਨ ਹੋ ਗਿਆ। ਮੈਂ ਕਿਹਾ ਯਾਰ ਸਿਰੇ ਲਾਏ ਪਏ ਆ ਇਹਨਾਂ ਦੇ ਫੁਕਰੀ ਦੇ। ਕੈਨੇਡਾ ਨੇ ਲਪੇਟ ਕੇ ਚੰਡਾ ਮਾਰੀਆਂ ਨੇ ਆਪਣੀ ਸਟੇਟਮੈਂਟ ਨਾਲ, ਤੇ ਇਹ ਜਨੇ ਦੇ ਬੱਚੇ ਕਹੀ ਜਾਂਦੇ ਆ ਸਾਨੂੰ ਤਾਂ ਨਹੀਂ ਪਈ। ਉਹਨਾਂ ਦੇ ਸਾਈਬਰ ਸਪੇਸ ਤੋਂ ਇੱਕ ਵੈਬਸਾਈਟ ਤੁਸੀਂ ਕੀ ਕਹਿੰਦੇ ਆ ਲਾਂਚ ਕਰ ਲਈ, ਉਹਨੂੰ ਅਚੀਵਮੈਂਟ ਸਮਝੀ ਜਾਂਦੇ ਆ। ਇਹ ਵੀਡੀਓ ਵੇਖੋ ਤੁਸੀਂ, ਇਹ ਵੇਖਿਓ। ਤੇ ਕੈਨੇਡਾ ਦੇ ਨਾਮ ਸੁਨੇਹਾ ਤੁਸੀਂ ਬਹੁਤ ਵੱਡੀ ਆਪਣੀ ਡਿਪਲੋਮੈਟਿਕ ਇੱਕ ਜਿੱਤ ਦੱਸ ਰਹੇ ਹੋ ਕਿ ਕੈਨੇਡਾ ਨੇ ਰੈਫਰੈਂਡਮ 2020 ਨੂੰ ਰੈਕੋਗਨਾਈਜ਼ ਕਰਨ ਤੋਂ ਨਾ ਕਰ ਦਿੱਤੀ। ਇੱਕ ਦਿਨ ਬਾਅਦ ਵੇਖੋ ਅੱਜ ਅਸੀਂ ਕੈਨੇਡਾ ਦੇ ਸਾਈਬਰ ਸਪੇਸ ਚੋਂ ਜੰਮੂ ਕਸ਼ਮੀਰ ਦੀ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਫਾਰ ਰੈਫਰੈਂਡਮ 2020.ca ਇਹ ਕੈਨੇਡਾ ਤੋਂ ਸ਼ੁਰੂ ਕੀਤੀ ਗਈ ਹੈ ਜੰਮੂ ਕਸ਼ਮੀਰ ਦੀ ਵੋਟਰ ਰਜਿਸਟ੍ਰੇਸ਼ਨ ਰੈਫਰੈਂਡਮ ਵਾਸਤੇ, ਪੰਜਾਬ ਦੀ ਆਜ਼ਾਦੀ ਵਾਸਤੇ, ਖਾਲਿਸਤਾਨ ਵਾਸਤੇ। ਮੇਰਾ ਸੁਨੇਹਾ ਹੈ ਭਾਰਤ ਸਰਕਾਰ ਨੂੰ, ਜੇ ਤੁਹਾਡੇ 'ਚ ਦਮ ਹੈ, ਜੇ ਤੁਹਾਡੇ 'ਚ ਕੋਈ ਡਿਪਲੋਮੇਸੀ ਕਰਨ ਦੀ ਤਾਕਤ ਹੈ, if you have guts to counter us, if you have strength and the courage to counter Sikhs for justice, if you think Canada is going to listen to you, if you think the Trudeau government is with you, just come out in open and try to stop even our website. Forget about stopping referendum 2020. ਉਹ ਤਾਂ ਤੁਸੀਂ ਭੁੱਲ ਹੀ ਜਾਓ ਕਿ ਤੁਸੀਂ ਸਾਡੀ referendum ਦੀ ਮੁਹਿੰਮ ਨੂੰ ਬੰਦ ਕਰਾ ਲਓਗੇ। This is an open challenge to Captain Amrinder, Indian media and Modi government. If you have a guts, you have spent $500 million in 2 years so that the Canadian government should call us terrorists. They should give you Pai Hardeep Singh Nijjar, so they should stop us. What is the statement you got after spending $500 million? You got a statement that Canada recognizes just your sovereignty and they believe in your territorial integrity. That's it. This is the statement you got in $500 million. That is just a slap on your face, Modi and Captain. This is just a slap. And one more thing, Captain America. ਹਾਂਜੀ ਵੀਰੋ, ਤੁਸੀਂ ਵੇਖੀ ਵੀਡੀਓ। ਇਹਨੂੰ ਅਸੈਸ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਆਈ ਥਿੰਕ ਕਿਧਰੇ ਨਾ ਕਿਧਰੇ ਇਹ ਸਟੇਟਮੈਂਟਸ ਨੂੰ ਕੁਝ ਹੋਰ ਬਣਾ ਕੇ ਦੱਸੀ ਜਾਂਦੇ ਨੇ ਲੋਕਾਂ ਨੂੰ। ਹੁਣ ਇਹ ਕਹਿ ਰਹੇ ਨੇ, ਬੜੀ ਨਿੱਕੀ ਜੀ ਗੱਲ ਹੈ, ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਹਿੰਦੁਸਤਾਨ ਦੀ ਜਿਹੜੀ ਟੈਰੀਟੋਰੀਅਲ ਬਾਉਂਡਰੀ ਹੈ ਉਹਨਾਂ ਦੀ, ਉਹਦੇ ਨਾਲ ਖੜੇ ਆ, ਉਹਦੇ ਹੱਕ ਵਿੱਚ ਖੜੇ ਆ। ਜਿੱਦਾਂ ਸਿੱਧਾ ਮੀਨਿੰਗ ਇਹ ਬਣਦਾ ਕਿ ਭਾਈ ਆਪਾਂ ਕੈਨੇਡਾ ਦੇ ਉਹਦੀ ਵੰਡ ਦੇ, ਤੁਸੀਂ ਕੋਈ ਖਾਲਿਸਤਾਨ ਦੀ ਵੰਡ ਦੇ ਨਾਲ ਨਹੀਂ, ਹਿੰਦੁਸਤਾਨ ਦੀ ਏਕਤਾ, ਯੂਨਿਟੀ ਔਰ ਉਹਦੀ ਟੈਰੀਟੋਰੀਅਲ ਬਾਉਂਡਰੀ ਦੇ ਨਾਲ ਖੜੇ ਆ। ਅਸੀਂ ਕਿਸੇ ਵੀ ਵੰਡ ਦੇ ਖਿਲਾਫ ਆ ਹਿੰਦੁਸਤਾਨ ਦੇ। ਜੋ ਕੋਈ ਵੀ ਮੰਗ ਕਰਦਾ ਅਸੀਂ ਉਹਦੇ ਫੇਵਰ ਵਿੱਚ ਨਹੀਂ, ਆਪਾਂ ਤੁਹਾਡੇ ਨਾਲ ਆ, ਇਹ ਹਿੰਦੁਸਤਾਨ ਦੇ ਨਾਲ ਆ। ਉਹਨੇ ਕਿਹਾ ਕਿ ਇਹ ਸਭ ਇਹਨਾਂ ਨੇ ਕੀਤਾ ਹੈ $500 ਮਿਲੀਅਨ ਦਾ ਕੋਈ ਕੰਟਰੈਕਟ ਹੋਇਆ ਇੰਡੀਆ ਦਾ ਤੇ ਉਹਨਾਂ ਦਾ, ਤੇ ਜਸਟ $500 ਮਿਲੀਅਨ। ਤੇ ਜੋ ਇਹਨੇ ਕਿਹਾ ਕਿ ਇੱਕ ਅਚੀਵਮੈਂਟ ਬੜੀ ਨਹੀਂ ਹੈ। ਦੂਜੇ ਪੈਸੇ ਲਈ ਕਿਹਾ ਕਿ ਜਸਟ $500 ਮਿਲੀਅਨ। ਹੁਣ ਇਹ ਗੱਲ ਸਮਝਣੀ ਜ਼ਰੂਰੀ ਹੈ ਭਾਈ ਕਿ ਇਹ ਜਿਹੜੀ ਸਟੇਟਮੈਂਟ ਹੈਗੀ, ਇਹ ਆਊਟ ਆਫ ਆਈਸੋਲੇਸ਼ਨ ਇੱਕ ਬੰਦੇ ਦੀ ਨਹੀਂ ਹੈਗੀ, ਇਹ ਉਸ ਕੰਟਰੀ ਦਾ ਸਟੈਂਡ ਹੈ। ਉਸ ਕੰਟਰੀ ਨੇ ਸਟੈਂਡ ਲਿੱਤਾ ਹੈ ਕਿ ਅਸੀਂ ਰੈਫਰੈਂਡਮ ਦੇ ਨਾਲ ਨਹੀਂ ਖੜੇ। ਭਾਵੇਂ ਤੁਸੀਂ ਜਿੰਨਾ ਮਰਜ਼ੀ ਮਾਣ ਕਰੀ ਜਾਈਏ ਅਸੀਂ ਤੁਸੀਂ ਕਿ ਸਾਡੇ ਬੰਦੇ ਉਹਨਾਂ ਦੇ ਪਾਰਲੀਮੈਂਟ ਵਿੱਚ ਨੇ, ਤੇ ਸਾਡੇ ਬੰਦੇ ਪਾਰਲੀਮੈਂਟ ਵਿੱਚ ਨੇ, ਫਿਰ ਵੀ ਉਹ ਸਟੇਟਮੈਂਟ ਦੇਈ ਜਾਂਦੇ ਨੇ ਇੱਦਾਂ ਦੀ ਕਿ ਜੋ ਇੰਡੀਆ ਦੇ ਫੇਵਰ ਹੀ ਦੇਈ ਜਾਂਦੇ ਨੇ, ਉਹਨਾਂ ਦੀ ਟੈਰੀਟੋਰੀਅਲ ਬਾਉਂਡਰੀ ਦੇ ਫੇਵਰ ਹੀ ਦੇਈ ਜਾਂਦੇ ਨੇ।
ਤੇ ਇਹਨਾਂ ਦਾ ਜੋ ਅੱਗੂ ਬਿਹੇਵ ਹੈ, ਜੋ ਇਹਨਾਂ ਦੀ ਬਿਹੇਵ ਹੈ, ਉਹ ਤੇ ਅਮੇਜ਼ਿੰਗ ਹੈ। ਅਮੇਜ਼ਿੰਗ ਇਸ ਵਾਸਤੇ ਮੈਂ ਕਹਿ ਰਿਹਾ ਕਿਉਂਕਿ ਤੁਸੀਂ ਵੇਖੋ ਕਿ ਇਹ ਤਾਂ ਉਹ ਇਦਾਂ ਹੋ ਗਿਆ ਕਿ ਇੱਕ ਬੰਦੇ ਨੂੰ ਕਿਸੇ ਨੇ ਲਪੇਟ ਕੇ ਮਾਰੀ ਚੰਡ, ਮੂੰਹ ਤੇ 5 ਉਂਗਲੀਆਂ ਦੇ ਪੈ ਗਏ ਨਿਸ਼ਾਨ, ਤੇ ਨਾਲ ਵਾਲਾ ਕਹਿੰਦਾ ਭਾਈ ਤੈਨੂੰ ਪੈ ਗਈ ਹੈ ਚੰਡ, ਤੇ ਉਹ ਕਹਿੰਦਾ ਨਹੀਂ ਮੈਨੂੰ ਤਾਂ ਨਹੀਂ ਪਈ। ਅੱਛਾ, ਉਹ ਕਹਿੰਦਾ ਯਾਰ ਆਵਾਜ਼ ਆਈ ਹੈ, ਤੇਰੇ ਮੂੰਹ ਤੇ 5 ਉਂਗਲੀਆਂ ਦੇ ਨਿਸ਼ਾਨ ਨੇ, ਤੂੰ ਕਹਿੰਦਾ ਚੰਡ ਮੈਨੂੰ ਨਹੀਂ ਪਈ, ਤੈਨੂੰ ਪਈ ਆ। ਉਹ ਕਹਿੰਦਾ ਅੱਛਾ ਤੈਨੂੰ ਲੱਗਦਾ ਮੈਨੂੰ ਪਈ ਹੈ ਚੰਡ, ਰੁਕ। ਉਹ ਜਿੰਨੇ ਚੰਡ ਮਾਰੀ ਹੈ ਨਾ ਉਹਨੂੰ ਆਵਾਜ਼ ਮਾਰਦਾ, ਉਹਨੂੰ ਆਵਾਜ਼ ਮਾਰ ਕੇ ਕਹਿੰਦਾ ਭਾਜੀ ਗੱਲ ਸੁਣਿਓ। ਚੰਡ ਮਾਰਨ ਵਾਲਾ ਵੇਖਦਾ ਯਾਰ ਬੰਦੇ ਨੂੰ ਹੁਣੇ ਹੀ ਚੰਡ ਮਾਰੀ ਆ ਤੇ 5 ਮਿੰਟ ਨਹੀਂ ਹੋਏ, ਅਜੀਬ ਬੇਸ਼ਰਮ ਬੰਦਾ ਯਾਰ। ਫਿਰ ਭਾਜੀ ਗੱਲ ਸੁਣਿਓ ਕਹੀ ਜਾਂਦਾ, ਹੋਰ ਭਾਜੀ ਕੀ ਹਾਲ ਚਾਲ ਨੇ। ਉਹ ਹਲਕੀ ਜੀ ਨਿੰਮੀ ਜੀ ਹੱਸੀ ਪਾ ਕੇ ਨਾ ਪਰਾਂ ਨੂੰ ਮੁੜ ਜਾਂਦਾ ਹੱਸ ਕੇ ਕਿ ਯਾਰ ਬੰਦਾ ਵਾਕਈ ਬੜਾ ਬੇਸ਼ਰਮ ਆ। ਬਸ ਇਹੀ ਗੱਲ ਆ ਇਹਨਾਂ ਦੀ, ਗੁਰਪਤਵੰਤ ਪੰਨੂ ਦੀ। ਉਹਨਾਂ ਨੇ ਮਾਰੀ ਹੈ ਝੰਡ ਰੈਫਰੈਂਡਮ 2020 ਤੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਇਸ ਮੂਵਮੈਂਟ ਦੇ ਨਾਲ ਖੜੇ ਨਹੀਂ ਆ। ਇਸ ਕਹਿੰਦੇ ਨੇ ਕਿ ਨਹੀਂ ਭਾਈ ਇਹਦੇ ਨਾਲ ਫਰਕ ਨਹੀਂ ਪੈਂਦਾ। ਫਰਕ ਕਿਹਦੇ ਨਾਲ ਪੈਂਦਾ? ਉਹ ਨਿੰਮੀ ਜੀ ਹੱਸੀ ਕਿਹੜੀ ਕਿ ਅਸੀਂ ਉਹਨਾਂ ਦੇ ਸਾਈਬਰ ਸਪੇਸ ਤੋਂ ਲਾਂਚ ਕਰ ਲਈ ਹੈ ਵੈਬਸਾਈਟ। ਉਹ ਕੋਈ ਬੜੀ ਅਚੀਵਮੈਂਟ ਨਹੀਂ ਹੈ। ਕੈਨੇਡਾ ਤੁਹਾਨੂੰ ਰੋਕ ਨਹੀਂ ਸਕਦਾ, ਉਹਨਾਂ ਦੀ ਆਪਣੀ ਪਾਲਿਸੀਜ਼ ਨੇ। ਉਹ ਬੰਦਿਆਂ ਨੂੰ ਇਦਾਂ ਰੋਕ ਨਹੀਂ ਸਕਦੇ ਕਿ ਤੁਸੀਂ ਰੈਫਰੈਂਡਮ ਦੀ ਮੰਗ ਨਹੀਂ ਕਰ ਸਕਦੇ। ਉਹਨਾਂ ਦੇ ਆਪਣੇ ਦੇਸ਼ ਵਿੱਚ ਲੋਕੀ ਰੈਫਰੈਂਡਮ ਦੀ ਮੰਗ ਕਰਦੇ ਨੇ, ਅਲੱਗ ਹੋਣ ਦੀ ਗੱਲ ਕਰਦੇ ਨੇ, ਤੇ ਉਹ ਉਹਨਾਂ ਨੂੰ ਵੀ ਨਹੀਂ ਰੋਕਦੇ। ਤੁਸੀਂ ਤੇ ਕਿਸੇ ਹੋਰ ਦੇਸ਼ ਦੀ ਗੱਲ ਕਰੀ ਜਾ ਰਹੇ ਹੋ, ਉਹਨਾਂ ਨੇ ਤੁਹਾਨੂੰ ਵੀ ਨਹੀਂ ਰੋਕਣਾ। ਤੁਸੀਂ ਸਾਈਬਰ ਸਪੇਸ ਜੋ ਮਰਜ਼ੀ ਲਾਂਚ ਕਰੀ ਜਾਓ, ਤੇ ਇਹ ਕੋਈ ਅਚੀਵਮੈਂਟ ਨਹੀਂ ਹੈ। ਸੋ ਲੋਕਾਂ ਨੂੰ ਇਹਨੂੰ ਇਹ ਅਚੀਵਮੈਂਟ ਬਣਾ ਕੇ ਦੱਸਿਆ ਜਾ ਰਿਹਾ ਕਿ ਇਹ ਬਹੁਤ ਵੱਡੀ ਇੱਕ ਅਚੀਵਮੈਂਟ ਹੋ ਚੁੱਕੀ ਹੈ ਕਿ ਅਸੀਂ ਸਾਈਬਰ ਸਪੇਸ ਤੋਂ ਲਾਂਚ ਕਰ ਦਿੱਤਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਦੁਨੀਆ ਕੰਮ ਕਰ ਕਿੱਦਾਂ ਰਹੀ ਹੈ। ਸਾਡੀ ਲੀਡਰਸ਼ਿਪ ਸਾਨੂੰ ਇਹ ਨਹੀਂ ਦੱਸਦੀ। ਸਾਡੀ ਲੀਡਰਸ਼ਿਪ ਇਹ ਨਹੀਂ ਦੱਸ ਰਹੀ ਕਿ ਕੈਨੇਡਾ ਨੇ ਅਗਰ ਇਹ ਸਟੈਪ ਲਿੱਤਾ ਹੈ, ਤੁਹਾਡੇ ਬੰਦੇ, ਤੁਹਾਡੀ ਇੰਨੀ ਪਾਪੂਲੇਸ਼ਨ ਹੋਣ ਦੇ ਬਾਵਜੂਦ, ਉਹਨਾਂ ਦੇ ਪਾਰਲੀਮੈਂਟ 'ਚ ਤੁਹਾਡੇ ਬੰਦੇ ਹੋਣ ਦੇ ਬਾਵਜੂਦ, ਕੈਨੇਡਾ ਕਿਉਂ ਇਹ ਸਟੈਪ ਲੈ ਰਿਹਾ। ਹੁਣ ਤੁਹਾਡੀ ਲੀਡਰਸ਼ਿਪ ਤੁਹਾਨੂੰ ਇਹ ਨਹੀਂ ਦੱਸ ਰਹੀ, ਤੁਹਾਨੂੰ ਬਿਨਾਂ ਮਤਲਬ ਦੇ ਫੁਕਰੀ ਦੱਸ ਰਹੀ ਹੈ। ਆਪਾਂ ਇਸ ਗੱਲ ਤੇ ਅਸੈਸ ਕਰਦੇ ਹਾਂ ਕਿ ਸਾਡੀ ਇਹ ਦੁਨੀਆ ਕੰਮ ਕਰ ਕਿੱਦਾਂ ਰਹੀ ਹੈ। ਅੱਜ ਦੀ ਡੇਟ ਵਿੱਚ ਦੁਨੀਆ ਇੱਕ ਵੱਡੇ ਬਾਜ਼ਾਰ ਦੀ ਤਰ੍ਹਾਂ ਕੰਮ ਕਰਦੀ ਹੈ, ਜਿਹਦੇ ਵਿੱਚ ਸਾਰੇ ਦੇਸ਼ ਜਿਹੜੇ ਹੈਗੇ ਨਾ, ਇਹ ਵੱਡੇ ਵੱਡੇ ਤੁਸੀਂ ਕਹੋ ਕਿ ਵਪਾਰੀ ਨੇ, ਜੋ ਆਪਣਾ ਸਮਾਨ ਵੇਚਦੇ ਵੀ ਨੇ ਤੇ ਆਪਣਾ ਦੂਜਿਆਂ ਦਾ ਸਮਾਨ ਖਰੀਦਦੇ ਵੀ ਨੇ। ਜੋ ਲੋੜਵੰਦ ਦਾ ਸਮਾਨ ਹੁੰਦਾ ਉਹ ਖਰੀਦ ਲੈਂਦੇ ਨੇ, ਜੋ ਆਪਣੇ ਕੋਲ ਵਾਧੂ ਵੇਚ ਦਿੰਦੇ ਨੇ। ਵਪਾਰੀਆਂ ਦੀ ਤਰ੍ਹਾਂ ਇਹ ਦੇਸ਼ ਡੀਲ ਕਰਦੇ ਨੇ। ਹੁਣ ਇਸ ਦੁਨੀਆ ਦੇ ਬਾਜ਼ਾਰ ਵਿੱਚ ਸਭ ਤੋਂ ਬੜਾ ਵਪਾਰੀ ਜੋ ਹੈ ਉਹ ਇੰਡੀਆ ਹੈਗਾ। ਨਾਟ ਵਪਾਰੀ, ਟੂ ਬੀ ਰਾਈਟ, ਸਭ ਤੋਂ ਬੜਾ ਖਰੀਦਾਰ ਇੰਡੀਆ ਹੈਗਾ। ਹੁਣ ਦੁਨੀਆ ਦਾ ਕੋਈ ਵੀ ਵਪਾਰੀ ਸਭ ਤੋਂ ਬੜੇ ਖਰੀਦਾਰ ਨਾਲ ਕਦੇ ਵਿਗਾੜੇਗਾ ਨਹੀਂ। ਇਹ ਗੱਲ ਸਮਝਣੀ ਜ਼ਰੂਰੀ ਹੈ, ਕਿਉਂਕਿ ਹੁਣ ਚਾਈਨਾ ਜਿਹੜਾ ਉਹ ਬੜਾ ਜ਼ਿਆਦਾ ਸੈਲਫ ਸਸਟੇਨ ਹੈ, ਤੇ ਉਹਦੀ ਵਜ੍ਹਾ ਨਾਲ ਉਹ ਬਹੁਤ ਵੱਡਾ ਖਰੀਦਾਰ ਨਹੀਂ ਹੈ। ਉਹ ਵੇਚਦਾ ਜ਼ਿਆਦਾ, ਖਰੀਦਦਾ ਘੱਟ। ਤਾਂ ਇੰਡੀਆ ਦਾ ਇਹ ਹਾਲ ਹੈ ਕਿ ਇੰਡੀਆ ਭਾਈ ਆਪਣਾ ਕੀ ਕਰਦਾ ਹੈ ਕਿ ਭਾਵੇਂ ਰੇਲਵੇ ਦਾ ਨੈਟਵਰਕ ਹੋਏ, ਭਾਵੇਂ ਹਥਿਆਰ ਖਰੀਦਣੇ ਹੋਣ ਆਰਮੀ ਲਈ, ਭਾਵੇਂ ਇੱਕ ਮੂਰਤੀ ਬਣਾਉਣੀ ਹੋਏ, ਉਹਦੇ ਲਈ ਵੀ ਚਾਈਨਾ ਤੋਂ ਹੈਲਪ ਲੈ ਲਈ। ਤਾਂ ਇੰਡੀਆ ਇੰਨਾ ਵੱਡਾ ਵਪਾਰੀ ਆਪਣੀ ਛੋਟੀ ਛੋਟੀ ਚੀਜ਼ਾਂ ਲਈ ਵੀ ਦੂਜੀ ਕੰਟਰੀਜ਼ ਤੇ ਆਊਟਸੋਰਸਿੰਗ ਤੇ ਬਹੁਤ ਜ਼ਿਆਦਾ ਡਿਪੈਂਡ ਹੈ। ਔਰ ਜਿੱਦੀ ਵਜ੍ਹਾ ਨਾਲ ਉਹਦੀ ਮਾਰਕੀਟ ਵਿੱਚ ਇੱਕ ਵੈਲਿਊ ਹੈ ਕਿ ਵਪਾਰੀ ਜਿਹੜਾ ਖਰੀਦਾਰ ਹੁੰਦਾ ਨਾ, ਉਹਦੀ ਮਾਰਕੀਟ ਵਿੱਚ ਇੱਕ ਵੈਲਿਊ ਹੁੰਦੀ ਹੈ, ਖਾਸ ਕਰ ਜਦੋਂ ਤੁਸੀਂ ਬਹੁਤ ਵੱਡੇ ਖਰੀਦਾਰ ਹੋ। ਤੇ ਦੁਨੀਆ ਦਾ ਕੋਈ ਵੀ ਜਿਹੜਾ ਤੁਸੀਂ ਕਹੋ ਕਿ ਦੁਕਾਨਦਾਰ ਹੈ, ਉਸ ਸਭ ਤੋਂ ਬੜੇ ਖਰੀਦਾਰ ਨਾਲ ਇਸ ਹਸਤੇ ਨਹੀਂ ਵਿਗਾੜੇਗਾ ਕਿ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਖਾਲਿਸਤਾਨ ਬਣ ਜਾਏ। ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਇੱਕ ਹੋਰ ਨਵਾਂ ਮੈਨੂੰ ਵਪਾਰੀ ਲੱਭ ਜਾਏ, ਮੈਨੂੰ ਨਵਾਂ ਖਰੀਦਾਰ ਲੱਭ ਜਾਏ। ਉਹ ਅਗਰ ਬਣ ਵੀ ਜਾਂਦਾ ਫॉर द ਟਾਈਮ ਬਿੰਗ, ਅਸੀਂ ਸਪੋਜ਼ ਕਰਦੇ ਹਾਂ ਖਾਲਿਸਤਾਨ ਬਣ ਗਿਆ, ਹਿੰਦੁਸਤਾਨ ਦੇ ਮੁਕਾਬਲੇ ਪੰਜਾਬ ਖਾਲਿਸਤਾਨ ਬਣ ਕੇ 5% ਵੀ ਉਨੀ ਜਿੰਨੀ ਖਰੀਦਾਰੀ ਨਹੀਂ ਕਰ ਪਾਏਗਾ। ਤੇ ਕੋਈ ਵੀ ਜਿਹੜਾ ਦੁਨੀਆ ਦਾ ਕੋਈ ਵੀ ਵਪਾਰੀ ਹੈ ਦੁਨੀਆ ਦਾ, ਉਹ ਇੰਨੇ ਛੋਟੇ ਖਰੀਦਾਰ ਲਈ ਇੰਨੇ ਵੱਡੇ ਖਰੀਦਾਰ ਨਾਲ ਨਹੀਂ ਵਿਗਾੜੇਗਾ। ਦਿਸ ਇਜ਼ ਹਾਊ ਵਰਲਡ ਵਰਕਸ। ਇੱਕ ਤਰੀਕਾ ਹੈ ਅੱਜ ਦਾ ਦੁਨੀਆ ਦਾ ਕੰਮ ਕਰਨ ਦਾ। ਤੁਸੀਂ ਭਾਵੇਂ ਜਿੰਨਾ ਮਰਜ਼ੀ ਰੋਣਾ, ਸਾਡੀ ਲੀਡਰਸ਼ਿਪ ਕਦੇ ਦੱਸਦੀ ਹੈ ਕਿ ਦੁਨੀਆ ਦੇ ਇਸ ਬਾਜ਼ਾਰ ਵਿੱਚ ਅਸੀਂ ਕਿੱਥੇ ਸਟੈਂਡ ਕਰਦੇ ਹਾਂ, ਸਾਡੇ ਕੋਲ ਕਿਹੜੀ ਜੀ ਪਾਲਿਸੀਜ਼ ਨੇ, ਕਿਹੜੇ ਸਾਡੇ ਅਜੇ ਫਿਊਚਰ ਪਲੈਨਿੰਗਸ ਨੇ ਕਿ ਦੁਨੀਆ ਦੇ ਬਾਜ਼ਾਰ ਨੂੰ ਇਹ ਲੱਗੇ ਕਿ ਯਾਰ ਇਹ ਸਾਡੇ ਲਈ ਫਾਇਦੇਮੰਦ ਨੇ, ਇਹ ਲੋਕੀ ਫਾਇਦੇਮੰਦ ਨੇ। ਕੱਲ੍ਹ ਇਹ ਦੇਸ਼ ਬਣੇਗਾ ਤਾਂ ਸਾਡਾ ਇਹਦੇ ਵਿੱਚ ਇਹ ਫਾਇਦਾ। ਕਿਉਂਕਿ ਉਸ ਤੋਂ ਬਗੈਰ ਤੁਸੀਂ ਭਾਵੇਂ ਜਿੰਨਾ ਮਰਜ਼ੀ ਰੋਣਾ ਰੋ ਲਓ ਕਿ ਭਾਈ ਸਾਡਾ ਇਤਿਹਾਸ ਇਹ ਸੀ, ਸਾਡੀ ਕੰਟਰੀਬਿਊਸ਼ਨ ਇੰਨੀ ਵੱਡੀ ਸੀ ਇਤਿਹਾਸ ਵਿੱਚ, ਭਾਵੇਂ ਤੁਸੀਂ ਇਹ ਰੋ ਲਓ ਕਿ ਸਾਡੇ ਨਾਲ ਹਿਊਮਨ ਰਾਈਟਸ ਦੇ ਵਾਇਲੇਸ਼ਨਸ ਹੋ ਰਹੇ ਨੇ। ਇਹਨਾਂ ਬੇਸਿਸ ਤੇ ਦੁਨੀਆ ਦੇ ਕਿਸੇ ਵਪਾਰੀ ਨੂੰ, ਕਿਸੇ ਦੇਸ਼ ਨੂੰ ਕੋਈ ਫਰਕ ਨਹੀਂ ਪੈਣਾ ਹੈ
ਕਿ ਤੁਹਾਡੇ ਵਾਇਲੇਸ਼ਨਸ ਕੀ ਹੋ ਰਹੀਆਂ ਤੁਹਾਡੀ ਹਿਊਮਨ ਰਾਈਟਸ ਤੁਹਾਡੇ ਨਾਲ, ਤੁਹਾਡਾ ਇਤਿਹਾਸ ਕੀ ਹੈ, ਨਹੀਂ ਫਰਕ ਪੈਣਾ ਉਹਨਾਂ ਨੂੰ। ਉਹਨਾਂ ਨੇ ਦੇਖਣਾ ਸਾਡਾ ਫਾਇਦਾ ਕਿਹਦੇ ਵਿੱਚ ਹੈ, ਵਪਾਰ ਕਿਹਦੇ ਨਾਲ ਸਾਡਾ ਵੱਡੇਗਾ। ਉਹ ਜਿਹੜੇ ਧਰਮਾਂ ਦੀ ਬੇਸਿਸ ਤੇ ਜਿਹੜੇ ਦੇਸ਼ ਐਸਟੈਬਲਿਸ਼ ਵੀ ਹੈਗੇ, ਉਹ ਸਿਰਫ ਤੇ ਸਿਰਫ ਆਪਣੇ ਦੇਸ਼ ਦੇ ਅੰਦਰ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਲਈ ਹੈਗੇ। ਧਰਮ ਨੂੰ ਯੂਜ਼ ਕੀਤਾ ਜਾਂਦਾ ਹੈ ਕਿਸੇ ਵੀ ਦੇਸ਼ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਲਈ, ਡਾਇਰੈਕਟ ਕਰਨ ਲਈ, ਕਿ ਇਹ ਕੁਝ ਹੋਰ ਪਾਸੇ ਨਾ ਚੱਲ ਪੈਣ, ਸਾਡੀ ਡਾਇਰੈਕਸ਼ਨ ਦੇ ਅੰਦਰ ਹੀ ਰਹਿਣ। ਤੇ ਉਹਦੀ ਵਜ੍ਹਾ ਨਾਲ ਕੀ ਹੁੰਦਾ ਕਿ ਤੁਸੀਂ ਧਰਮ ਯੂਜ਼ ਕੀਤਾ ਜਾਂਦਾ ਹੈ ਦੇਸ਼ ਵਿੱਚ, ਸਾਰੇ ਦੇਸ਼ ਕਰਦੇ ਨੇ। ਪਰ ਜਿਹੜੇ ਇੰਟਰਨੈਸ਼ਨਲ ਟ੍ਰੇਡਸ ਦੀ ਗੱਲ ਆਉਂਦੀ ਹੈ, ਜਿਹੜੇ ਇੰਟਰਨੈਸ਼ਨਲ ਕਿਸੇ ਐਸਟੈਬਲਿਸ਼ਮੈਂਟ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਕਦੇ ਵੀ ਇਹ ਚੀਜ਼ ਮਾਇਨੇ ਨਹੀਂ ਰੱਖਦੀ ਕਿ ਧਰਮ ਕੀ ਹੈ। ਉਹਨਾਂ ਨੇ ਦੇਖਣਾ ਹੈ ਕਿ ਭਾਈ ਅਸੀਂ ਵਪਾਰੀ ਹਾਂ, ਸਾਨੂੰ ਵਪਾਰ ਵਿੱਚ ਫਾਇਦਾ ਕਿਹੜੇ ਦੇਸ਼ ਨਾਲ ਹੋਣਾ ਹੈ। ਉਸ ਟਾਈਮ ਕੰਟਰੀ ਸੋਚਦੀ ਇਸ ਤਰ੍ਹਾਂ ਨਾਲ ਨੇ। ਸਾਨੂੰ ਸਾਡੀ ਲੀਡਰਸ਼ਿਪ ਰੈਫਰੈਂਡਮ 2020 ਦੀ ਇਹ ਚੀਜ਼ ਕਦੇ ਵੀ ਨਹੀਂ ਦੱਸਦੀ ਕਿ ਭਾਈ ਸਾਡੀ ਜਿਹੜੀ ਮਾਰਕੀਟ ਵਿੱਚ ਅਸੀਂ ਕਿੱਦਾਂ ਐਸਟੈਬਲਿਸ਼ ਹੋਵਾਂਗੇ ਇਨ ਫਿਊਚਰ ਵਿੱਚ, ਜਾਂ ਇਹਨਾਂ ਕੰਟਰੀਜ਼ ਦਾ ਕੀ ਰੋਲ ਹੋ ਸਕਦਾ ਸਾਨੂੰ ਐਸਟੈਬਲਿਸ਼ ਕਰਨ ਵਿੱਚ। ਇਹ ਸਾਡੀ ਲੀਡਰਸ਼ਿਪ ਦੀ ਬੇਈਮਾਨੀ ਹੈ, ਬੜੀ ਬੇਈਮਾਨ ਲੀਡਰਸ਼ਿਪ ਹੈ। ਤਾਂ ਮੈਂ ਕਹਿੰਦਾ ਰੈਫਰੈਂਡਮ 2020 ਦੀ ਲੀਡਰਸ਼ਿਪ ਬੇਈਮਾਨ ਹੈ, ਸਿਰੇ ਦੀ ਬੇਈਮਾਨ ਹੈ, ਕਿਉਂਕਿ ਜੋ ਇਹ ਕਰਨਾ ਚਾਹੁੰਦੇ ਨੇ ਉਹਦੇ ਨਾਲ ਹੋਣਾ ਕੁਝ ਨਹੀਂ ਹੈ। ਇਹ UN ਤੱਕ ਆਪਣਾ ਕੇਸ ਲੈ ਜਾਣਾ ਚਾਹੁੰਦੇ ਨੇ, ਇੰਨੀ ਦੌੜ ਹੈ ਇਹਨਾਂ ਦੇ ਰੈਫਰੈਂਡਮ ਦੀ, ਜਿਹਦੇ ਨਾਲ ਹੋਣਾ ਕੁਝ ਨਹੀਂ ਹੈ। ਕਸ਼ਮੀਰੀਆਂ ਦਾ ਕੇਸ ਅੱਜ ਤੱਕ ਜਿਹੜਾ ਹੈਗਾ ਉੱਥੇ ਹੀ ਹੈਗਾ UN ਵਿੱਚ। ਕੀ ਹੋ ਗਿਆ ਤੁਹਾਡਾ ਜਾ ਕੇ, ਕੀ ਹੋ ਜਾਣਾ? ਕਸ਼ਮੀਰੀਆਂ ਦੇ ਹਿਊਮਨ ਰਾਈਟਸ ਵਾਇਲੇਸ਼ਨ ਤੇ ਉੱਥੇ ਅਥਰੂ ਸੱਟ ਕੇ UN ਦੇ ਬੰਦੇ ਰੋਂਦੇ ਰਹੇ ਨੇ। ਮੈਂ ਕਲਿੱਪ ਲੱਭਣ ਦੀ ਕੋਸ਼ਿਸ਼ ਕਰੂੰਗਾ, ਲੱਭਿਆ ਤੇ ਵੀਡੀਓ ਵਿੱਚ ਪਾ ਦੂੰਗਾ, ਵਿੱਚ ਲੱਭ ਗਿਆ ਤੇ ਤੁਹਾਨੂੰ ਇੱਥੇ ਨਾਲ ਦਿਸ ਜਾਣਾ। ਹੁਣ ਨਹੀਂ ਲੱਭਿਆ ਤੇ ਚਲੋ ਮੈਂ ਅੱਗੇ ਕੋਸ਼ਿਸ਼ ਕਰੂੰਗਾ, ਵੀਡੀਓ ਵਿੱਚ ਪਾ ਦੂੰਗਾ। ਉਹ ਅਥਰੂ ਸੱਟ ਕੇ ਰੋਏ ਨੇ ਹਿਊਮਨ ਰਾਈਟ ਵਾਇਲੇਸ਼ਨਸ ਤੇ। ਪਰ ਕੀ ਹੋਇਆ? ਕੁਝ ਨਹੀਂ। ਪਾਕਿਸਤਾਨ ਨੇ ਕੀ ਕਰ ਲਿਆ? ਹੁਣ ਕਹਿੰਦੇ ਨਾ ਧਰਮ ਦੇ ਬੇਸ ਤੇ ਪਾਕਿਸਤਾਨ ਬਣਿਆ, ਉਹਨੇ ਕੀ ਕਰ ਲਿਆ ਮੁਸਲਮਾਨਾਂ ਨਾਲ? ਅਗਰ ਉੱਥੇ ਜ਼ਾਤੀ ਵੀ ਹੋਈ ਹੈ ਤੇ ਕੀ ਕਰ ਲਿਆ? ਕੁਝ ਨਹੀਂ ਕਰ ਪਾਇਆ, ਕਿਉਂਕਿ ਉਹਦੀ ਦੁਨੀਆ ਦੇ ਬਾਜ਼ਾਰ 'ਚ ਬੁਕਤ ਹੀ ਨਹੀਂ ਹੈ। ਨਾ ਉਹ ਕੁਝ ਖਰੀਦਣ ਦੇ ਕਾਬਲ, ਨਾ ਉਹ ਕੁਝ ਵਾਧੂ ਦੁਨੀਆ ਨੂੰ ਦੇਣ ਦੇ ਕਾਬਲ, ਵੇਚਣ ਦੇ ਕਾਬਲ, ਕਰਜ਼ੇ ਵਿੱਚ ਡੁੱਬਿਆ ਪਿਆ। ਸੋ ਤਾਂ ਉਹਦੀ ਕਦਰ ਨਹੀਂ ਹੈ। ਇਹ ਨਹੀਂ ਹੈ ਕਿ ਮੋਦੀ ਹੈ ਤੇ ਮੋਦੀ ਦੀ ਬੜੀ ਚੱਲਦੀ ਹੈ, ਜਾਂ ਮਨਮੋਹਨ ਸਿੰਘ ਹੋਊਗਾ ਤੇ ਉਹਦੀ ਬੜੀ ਜ਼ਿਆਦਾ ਚੱਲੂਗੀ। ਕਿਸੇ ਦੀ ਕੁਝ ਨਹੀਂ ਚੱਲਣੀ। ਉਹਨਾਂ ਨੇ ਦੇਖਣਾ ਤੁਸੀਂ ਕਿੰਨੇ ਬੜੇ ਬਾਜ਼ਾਰ ਹੋ, ਤੁਹਾਡੀ ਬੁਕਤ, ਤੁਹਾਡੀ ਕੀਮਤ ਉਸ ਬਾਜ਼ਾਰ ਦੇ ਮੁਤਾਬਿਕ ਹੈ, ਕਿਸੇ ਹੋਰ ਦੇ ਮੁਤਾਬਿਕ ਨਹੀਂ। ਤੇ ਇਹ ਲੀਡਰਸ਼ਿਪ ਤੁਹਾਨੂੰ ਇਹਨਾਂ ਗੱਲਾਂ ਵੱਲ ਨਹੀਂ ਲਾਉਂਦੀ, ਤੁਹਾਨੂੰ ਇਹ ਗੱਲ ਨਹੀਂ ਦੱਸਦੀ। ਫਿਰ ਆਪਾਂ ਉਸ ਤੇ ਗੱਲ ਕਰਦੇ ਹਾਂ ਕਿ ਇਹ ਲੀਡਰਸ਼ਿਪ ਝੂਠੇ ਸੁਪਨੇ ਕਿਵੇਂ ਦੱਸ ਰਹੀ ਹੈ ਸਾਨੂੰ ਗੁੰਮਰਾਹ ਕਿੱਦਾਂ ਕਰ ਰਹੀ ਹੈ। ਜੋ ਹੋਣਾ ਚਾਹੀਦਾ ਉਹ ਕਿਉਂ ਨਹੀਂ ਹੋ ਰਿਹਾ, ਹੈ ਨਾ? ਤੇ ਇਹ ਇਸ ਪਾਸੇ ਹੀ ਕਿਉਂ ਲੱਗੀ ਪਈ ਹੈ ਕਿ ਫੋਰਸਫੁਲੀ ਅਸੀਂ ਕਰਾਣਾ ਹੈ ਰੈਫਰੈਂਡਮ। ਦੇਖੋ ਇਹਨਾਂ ਦਾ ਮੰਨਣਾ ਕਿ ਅਗਰ ਰੈਫਰੈਂਡਮ ਨਹੀਂ ਹੁੰਦਾ ਹਿੰਦੁਸਤਾਨ ਵਿੱਚ ਤਾਂ ਹਿੰਦੁਸਤਾਨ ਐਕਸਪੋਜ਼ ਹੋ ਜਾਏਗਾ। ਅਗਰ ਹਿੰਦੁਸਤਾਨ ਰੈਫਰੈਂਡਮ ਨਹੀਂ ਕਰਨ ਦਿੱਤਾ ਤਾਂ ਦੁਨੀਆ ਦੇ ਅੱਗੇ ਐਕਸਪੋਜ਼ ਹੋ ਜਾਏਗਾ ਕਿ ਭਾਈ ਰੈਫਰੈਂਡਮ ਨਹੀਂ ਕਰਨ ਦੇ ਰਿਹਾ, ਇਹ ਡੈਮੋਕ੍ਰੈਟਿਕ ਖਾਲੀ ਗੱਲਾਂ ਕਰਦਾ। ਇਟਸ ਨਾਟ ਅ ਡੈਮੋਕ੍ਰੈਟਿਕ ਕੰਟਰੀ। ਹੁਣ ਜਿਹੜੇ ਹਿੰਦੁਸਤਾਨ ਰੋਕ ਲਾ ਰਿਹਾ ਰੈਫਰੈਂਡਮ ਤੇ, ਫਿਰ ਇਹ ਜ਼ਬਰਦਸਤੀ ਕਿਉਂ ਕਰ ਰਹੇ ਨੇ ਕਿ ਅਸੀਂ ਉੱਥੇ ਕਰਾਣਾ ਹੀ ਕਰਾਣਾ ਹੈ, ਵੋਟਾਂ ਰਜਿਸਟਰ ਕਰਾਣੀ ਹੀ ਕਰਾਣੀ ਹੈ ਜ਼ਬਰਦਸਤੀ। ਆਨਲਾਈਨ ਅਗਰ ਤੁਸੀਂ ਕਰ ਦਿੱਤਾ ਹੈ ਤੇ ਆਨਲਾਈਨ ਛੱਡ ਦਿਓ, ਤੁਸੀਂ ਵੀਡੀਓਜ਼ ਪਾ ਦਿਓ, ਜਿਸ ਨੇ ਆਨਲਾਈਨ ਜਾ ਕੇ ਰਜਿਸਟਰ ਕਰਨਾ ਕਰ ਲਏਗਾ। ਫਿਰ ਉਹ ਕੈਂਪ ਲਾ ਕੇ ਜ਼ਿਆਦਾ ਤੋਂ ਜ਼ਿਆਦਾ ਇਹ ਕਿਉਂ ਕੋਸ਼ਿਸ਼ ਕਰ ਰਹੇ ਨੇ ਫਿਜ਼ੀਕਲ ਕੈਂਪ ਲੱਗਣ, ਉੱਥੇ ਦੇ ਲੋਕੀ ਇਨਵੋਲਵ ਹੋਣ ਇਸ ਸਭ ਵਿੱਚ, ਜਦਕਿ ਉੱਥੇ ਦੇ ਲੋਕਾਂ ਨੂੰ ਇਨਵੋਲਵ ਕੀਤੇ ਬਗੈਰ ਵੀ ਇਹ ਸਭ ਹੋ ਸਕਦਾ ਹੈ। ਫਿਰ ਉੱਥੇ ਦੇ ਲੋਕਾਂ ਨੂੰ ਇਨਵੋਲਵ ਕਰਨ ਦੀ ਕੀ ਲੋੜ ਹੈ? ਕਿਉਂਕਿ ਸਰਕਾਰ ਨੂੰ ਤੁਸੀਂ ਮੌਕੇ ਦੇ ਰਹੇ ਹੋ ਉੱਥੇ ਦੇ ਲੋਕਾਂ ਤੇ ਹਿਊਮਨ ਰਾਈਟਸ ਵਾਇਲੇਸ਼ਨ ਕਰਨ ਦੇ, ਉਹਨਾਂ ਦੇ ਲੋਕਾਂ ਤੇ ਤਸ਼ੱਦਦ ਕਰਨ ਦੇ, ਉਹਨਾਂ ਨੂੰ ਫੜਨ ਦੇ। ਕਿਉਂ ਮੌਕੇ ਦੇ ਰਹੇ ਹੋ ਜਦ ਤੁਸੀਂ ਆਨਲਾਈਨ ਸਪੇਸ ਤੇ ਜਾ ਕੇ ਇਹ ਚੀਜ਼ ਕਰ ਸਕਦੇ ਹੋ ਤੇ ਜਿਨ੍ਹਾਂ ਲੋਕਾਂ ਨੇ ਰਜਿਸਟਰ ਕਰਨਾ ਉਹ ਕਰ ਸਕਦੇ ਨੇ। ਹੁਣ ਇਹਦੇ ਪਿੱਛੇ ਰੀਜ਼ਨ ਹੈ, ਇਹਨਾਂ ਨੇ ਆਪਣਾ ਕੇਸ UN ਵਿੱਚ ਲੈ ਜਾਣਾ ਹੈ, ਜੋ ਇਹਨਾਂ ਦੀ ਦੌੜ ਹੈ ਫਿਲਹਾਲ। ਰੈਫਰੈਂਡਮ 2020 UN ਵਿੱਚ ਲੈ ਜਾਣਾ। ਹੁਣ UN ਵਿੱਚ ਕਿੱਦਾਂ ਜਾਏਗਾ? ਇਹ ਤੇ ਲੈ ਜਾ ਨਹੀਂ ਸਕਦੇ। ਕਿਸ ਬੇਸ ਤੇ ਲੈ ਜਾਣਗੇ? UN ਬਣਿਆ ਕਿਸ ਵਾਸਤੇ ਹੈ? ਕੰਟਰੀਜ਼ ਦੀ ਗੱਲ ਸੁਣਨ ਲਈ ਬਣਿਆ। ਉਹ ਪਾਰਟੀਕੂਲਰ ਇੰਡੀਵਿਜੂਅਲਸ ਦੀ ਇੱਦਾਂ ਜਾਂ ਕਮਿਊਨਿਟੀਜ਼ ਦੀ ਗੱਲ ਸੁਣਦਾ, ਇੰਡੀਵਿਜੂਅਲ ਬੇਸਿਸ ਤੇ ਨਹੀਂ ਸੁਣਦਾ। ਹੁਣ ਇਹਨਾਂ ਕੋਲ ਤਰੀਕਾ ਇੱਕੋ ਬਚਦਾ ਹੈ ਕਿ ਅਗਰ ਹਿਊਮਨ ਰਾਈਟ ਵਾਇਲੇਸ਼ਨ ਹੋਏਗੀ ਤੇ ਹਿਊਮਨ ਰਾਈਟ ਡਿਪਾਰਟਮੈਂਟ ਦੇ ਥਰੂ UN ਵਿੱਚ ਜਾਣਗੇ। ਹੁਣ ਹਿਊਮਨ ਰਾਈਟ ਵਾਇਲੇਸ਼ਨ ਕਿੱਦਾਂ ਹੋਏਗੀ? ਜਿਹੜੇ ਅਸੀਂ ਲੋਕੀ ਉੱਥੇ ਫਿਜ਼ੀਕਲੀ ਇਨਵੋਲਵਡ ਹੋਵਾਂਗੇ ਇਸ ਸਭ ਵਿੱਚ, ਤਾਂ ਹੀ ਇਹ ਇਤਨਾ ਜ਼ਿਆਦਾ ਪੁਸ਼ ਕਰ ਰਹੇ ਨੇ, ਲੋਕਾਂ ਨੂੰ ਫਿਜ਼ੀਕਲੀ ਇਨਵੋਲਵਡ ਹੋਣ ਲਈ ਮਜਬੂਰ ਕਰ ਰਹੇ ਨੇ ਕਿ ਨਹੀਂ, ਹਿੰਦੁਸਤਾਨ ਨੇ ਮਨਾ ਕੀਤਾ ਫਿਰ ਵੀ ਆਪਾਂ ਕੈਂਪ ਲਾਣੇ ਨੇ, ਫਿਰ ਵੀ ਆਪਾਂ ਉਹ ਕੈਂਪੇਨਿੰਗ ਕਰਨੀ ਹੈ। ਜਦ ਹਿੰਦੁਸਤਾਨ ਮਨਾ ਕਰ ਰਿਹਾ ਉਹ ਤਾਂ ਐਕਸਪੋਜ਼ ਹੋ ਗਿਆ ਕਿ ਉਹ ਨਹੀਂ ਕਰਾਉਣ ਦਿੰਦਾ, ਉਹਨੇ ਨਹੀਂ ਕਰਾਉਣ ਦੇਣਾ, ਉਹਦਾ ਸਟੈਂਡ ਕਲੀਅਰ ਹੈ। ਦੁਨੀਆ ਨੂੰ ਦੱਸੋ
ਉਹਦਾ ਸਟੈਂਡ। ਪਰ ਨਹੀਂ, ਇਹਨਾਂ ਨੇ ਹਿਊਮਨ ਰਾਈਟਸ ਵਾਇਲੇਸ਼ਨ ਉੱਥੇ ਕਰਾਣੀ ਹੈ ਲੋਕਾਂ ਦੀ, ਸੋ ਡੈਟ ਇਹਨਾਂ ਦਾ ਕੇਸ ਸਟਰੋਂਗ ਬਣੇ। ਇਹ ਡਿਪਾਰਟਮੈਂਟ ਆਫ ਹਿਊਮਨ ਰਾਈਟ ਵਾਇਲੇਸ਼ਨ ਕੋਲ ਜਾਵਣ, ਉਹਦੇ ਹੈੱਡ ਕੋਲ, ਤੇ ਉਹਨੂੰ ਉਹ ਕੇਸ ਚੱਕ ਕੇ UN ਨਹੀਂ ਜਾਏ ਤੇ ਫਿਰ ਇਹ ਤਾੜੀਆਂ ਮਾਰਨ ਕਿ ਭਾਈ ਸਾਡਾ UN ਇਸ ਕੇਸ ਚਲਾ ਗਿਆ, ਕਸ਼ਮੀਰੀਆਂ ਦਾ ਗਿਆ ਦਾ ਕੀ ਹੋ ਗਿਆ, ਅੱਜ ਤੱਕ ਕੁਝ ਨਹੀਂ ਹੋਇਆ, ਤੁਹਾਡਾ ਕੀ ਹੋ ਜਾਣਾ, ਸਾਡਾ ਕੀ ਹੋ ਜਾਣਾ। ਪਰ ਉਹਦੇ ਲਈ ਕੀਮਤ ਕੀ ਅਦਾ ਕੀਤੀ ਜਾ ਰਹੀ ਹੈ? ਜਿਨ੍ਹਾਂ ਨੌਜਵਾਨਾਂ ਤੇ ਕੇਸ ਪੈ ਰਹੇ ਨੇ, ਕੀ ਇਹ ਉਹਨਾਂ ਨਾਲ ਬੇਈਮਾਨੀ ਨਹੀਂ ਹੈ? ਉਹਨਾਂ ਨੂੰ ਯੂਜ਼ ਕਰਕੇ ਕੀ ਇਹ ਬਲੀ ਦੇ ਬੱਕਰੇ ਨਹੀਂ ਬਣਾਇਆ ਜਾ ਰਿਹਾ? ਸਾਨੂੰ ਸੋਚਣ ਵਾਲੀ ਗੱਲ ਹੈ ਵੀਰੋ ਕਿ ਇਹ ਬਲੀ ਦੇ ਬੱਕਰੇ ਨਹੀਂ। 5 ਸਾਲ ਲਾਏ ਨੇ ਇਹਨਾਂ ਨੇ ਬਲੀ ਤਿਆਰ ਕਰਦੇ। ਹੁਣ ਈਦ ਹੁੰਦੀ ਹੈ, ਈਦ ਵਿੱਚ ਕੀ ਹੁੰਦਾ? ਬਲੀ ਈਦ ਹੁੰਦੀ ਹੈ। ਬਲੀ ਈਦ ਵਿੱਚ ਬੱਕਰੇ ਨੂੰ ਸਾਲ ਪੂਰਾ ਪਾਲ ਕੇ ਤੇ ਫਿਰ ਉਹਦੀ ਬਲੀ ਦੇ ਦਿੱਤੀ ਜਾਂਦੀ ਹੈ। ਇਹਨਾਂ ਨੇ 5 ਸਾਲ ਲਾਏ ਨੇ ਪਾਲਨੇ ਸਾਡੇ ਇਮੋਸ਼ਨਸ ਨੂੰ। 5 ਸਾਲ ਤੋਂ ਟ੍ਰਿਗਰ ਕਰੀ ਜਾ ਰਹੇ ਨੇ ਕਿ ਅਸੀਂ ਰੈਫਰੈਂਡਮ ਕਰਾਉਣਾ ਹੈ, ਅਸੀਂ ਰੈਫਰੈਂਡਮ ਨਾਲ ਖਾਲਿਸਤਾਨ ਲੈ ਲੈਣਾ ਹੈ। ਕੋਈ ਪਾਲਿਸੀਜ਼ ਨਹੀਂ ਦੱਸ ਰਹੇ, ਝੂਠੇ ਵਾਅਦੇ, ਬੇਈਮਾਨੀਆਂ, ਦਗਾਬਾਜ਼ੀ ਹੈ। ਇਹ ਬੇਈਮਾਨੀ ਤੇ ਦਗਾਬਾਜ਼ੀ ਹੈ ਲੋਕਾਂ ਦੇ ਨਾਲ ਕਿ ਤੁਸੀਂ ਜਾਣਬੁੱਝ ਕੇ ਉੱਥੇ ਵਾਇਲੇਸ਼ਨ ਕਰਾ ਰਹੇ ਹੋ ਹਿਊਮਨ ਰਾਈਟਸ ਦੀ ਕਿ ਤੁਹਾਡਾ ਕੇਸ ਅੱਗੇ ਚਲਾ ਜਾਏ। ਇਹ ਬਲੀ ਦੇ ਬੱਕਰੇ ਬਣਾਉਣ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ। ਇਹ ਤੁਹਾਨੂੰ ਬਲੀ ਦੇ ਬੱਕਰੇ ਬਣਾ ਕੇ ਕੇਸ ਉੱਥੇ ਲੈ ਜਾ ਰਹੇ ਨੇ UN ਵਿੱਚ, ਜਿਹਦੇ ਨਾਲ ਹੋਣਾ ਕੁਝ ਨਹੀਂ, ਆਊਟਪੁੱਟ ਕੁਝ ਨਹੀਂ ਨਿਕਲਣਾ ਹੈ। ਅੱਧਾ ਖਾਲਿਸਤਾਨ ਨਹੀਂ ਬਣਨਾ ਹੈ ਜਿੱਦਾਂ ਇਹ ਦੱਸੀ ਜਾਂਦੇ ਨੇ। ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਜਾਊਗੀ ਤੇ ਖਾਲਿਸਤਾਨ ਬਣ ਜਾਊਗਾ। ਇੱਦਾਂ ਖਾਲਿਸਤਾਨ ਬੰਦਾ ਹੋਵੇ ਤਾਂ ਕਸ਼ਮੀਰ ਤੇ ਕਿਦੋਂ ਦਾ ਆਜ਼ਾਦ ਹੋ ਗਿਆ ਹੋਵੇ? ਉੱਥੇ ਤੇ ਹਿਊਮਨ ਰਾਈਟ ਦੀ ਵਾਇਲੇਸ਼ਨ ਹੋਈ ਹੈ। UN ਦੇ ਬੰਦੇ, ਉਹਨਾਂ ਦੇ ਆਪਣੇ ਬੰਦੇ ਹਿਊਮਨ ਰਾਈਟਸ ਦੇ ਖੂਨ ਅਥਰੂ ਰੋਂਦੇ ਨੇ, ਸੱਟ ਕੇ ਅਥਰੂ ਰੋਂਦੇ ਨੇ, ਬਾਈ ਇੰਨੀ ਵਾਇਲੇਸ਼ਨ ਹੋਈ ਹੈ ਉੱਥੇ, ਇਹ ਹੋਇਆ, ਇੰਨੇ ਰੇਪ ਕੇਸਿਸ, ਇਹ ਸਭ ਹੋਇਆ। ਪਰ ਕੀ ਹੋ ਗਿਆ? ਕਸ਼ਮੀਰ ਅੱਡ ਹੋ ਗਿਆ ਤੇ ਸਾਨੂੰ ਕਿੱਦਾਂ ਅੱਡ ਹੋ ਜਾਣਾ ਹੈ? ਤੇ ਇਹ ਜੋ ਸਾਰਾ ਤਰੀਕਾ ਇਹਨਾਂ ਦਾ ਹੈਗਾ, ਇਹ ਸਿਰਫ ਤੇ ਸਿਰਫ ਲੋਕਾਂ ਨੂੰ ਮੈਨੂਪੂਲੇਟ ਕਰਨ ਦਾ ਤਰੀਕਾ ਹੈ ਆਪਣੇ ਫਾਇਦੇ ਲਈ। ਆਪਣਾ ਫਾਇਦਾ ਮੈਂ ਤਾਂ ਕਹਿੰਦਾ ਕਿ ਆਪਣੀ ਗੁੱਡੀ ਚਮਕਾ ਰਹੇ ਨੇ, ਆਪਣੀ ਫੁਕਰੀ ਚਮਕਾ ਰਹੇ ਨੇ ਕਿ ਅਸੀਂ ਵਾਕਈ ਕੁਝ ਕੀਤਾ ਹੈ, ਅਸੀਂ UN ਤੱਕ ਕੇਸ ਲੈ ਜਾਵਾਂਗੇ ਜਿਹਦੇ ਨਾਲ ਆਈ ਡੋਂਟ ਨੋ ਕੀ ਹੋ ਜਾਣਾ, ਜਦ ਉਹਦੇ ਵਿੱਚੋਂ ਅਸੀਂ ਪਾਣਾ ਹੀ ਕੁਝ ਨਹੀਂ ਹੈ। ਕੀ ਪਾ ਲੈਣਾ ਇਹਦੇ ਵਿੱਚੋਂ? UN ਵਿੱਚ ਕੇਸ ਚਲਾ ਜਾਏਗਾ ਤੇ ਪਰ ਉਹਦੇ ਲਈ ਅਸੀਂ ਦੇ ਕੀ ਰਹੇ ਹਾਂ? ਬਲੀਆਂ ਕਿੰਨਾ ਨੌਜਵਾਨਾਂ ਦੀ ਦੇ ਰਹੇ ਹਾਂ, ਆਪਣੇ ਨਾਲ ਦੇ ਵੀਰਾਂ ਦੀ ਦੇ ਰਹੇ ਹਾਂ ਬਲੀਆਂ ਆਪਾਂ। ਕੀ ਉਹ ਬਲੀਆਂ ਦੇਣੀਆਂ ਜਾਇਜ਼ ਨੇ? ਕੀ ਇਹ ਬੇਈਮਾਨੀ ਨਹੀਂ ਹੈ ਲੋਕਾਂ ਦੇ ਪ੍ਰਤੀ? ਇਹ ਸਿਰਫ ਬੇਈਮਾਨੀ ਹੈ ਲੋਕਾਂ ਦੇ ਵਿਸ਼ਵਾਸ ਦੇ ਪ੍ਰਤੀ। ਉਹ ਲੋਕਾਂ ਨੂੰ ਬਾਰ-ਬਾਰ ਟ੍ਰਿਗਰ ਕਰਕੇ, ਉਹਨਾਂ ਨੂੰ ਬਾਰ-ਬਾਰ ਖਾਲਿਸਤਾਨ ਦੇ ਨਾਂ ਤੇ ਟ੍ਰਿਗਰ ਕਰਕੇ ਆਪਣੇ ਉੱਲੂ ਸਿੱਧੇ ਕਰਦੇ ਨੇ, ਆਪਣੀ ਲੀਡਰਸ਼ਿਪ ਚਮਕਾਉਂਦੇ ਨੇ। ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਕਰ ਰਹੇ। ਔਰ ਇਹਨਾਂ ਦੇ ਸੁਪਨੇ ਦੇਖੋ ਜਿਹੜੇ ਦੱਸਦੇ ਨੇ। ਉਹ ਕੀ ਭਾਈ $90 ਦਾ ਇੱਕ ਵੀਡੀਓ ਹੈਗੀ, ਤੁਸੀਂ ਉਹ ਵੀ ਵੇਖੋ, ਲਿੰਕ ਵਿੱਚ ਤੁਹਾਨੂੰ ਦੱਸੂਗਾ ਜਾਂ ਦੱਸ ਦਿੱਤੀ ਹੋਣੀ ਮੈਂ ਇਸ ਟਾਈਮ ਤੱਕ ਵੀਡੀਓ ਵਿੱਚ, ਕਿ ਭਾਈ ਆਪਾਂ ਤੁਹਾਨੂੰ ਖਾਲਿਸਤਾਨ ਦਾ $90 ਦਾ ਪਾਉਂਡ ਹੋਊਗਾ, ਖਾਲਸਾ ਦਾ ਰਾਜ ਹੋਏਗਾ, ਕੋਈ ਕੁਝ ਗਲਤ ਨਹੀਂ ਕਰ ਪਾਏਗਾ ਐਂਡ ਆਲ ਦੈਟ। ਇਹ ਭਾਈ ਲਾਲਚਾਂ ਕਿੰਨੂੰ ਦੇ ਜਾਂਦੇ ਹੋ? ਕਿੰਨੂੰ ਲਾਲਚਾਂ ਦੇ ਜਾਂਦੇ ਹੋ? ਮੈਨੂੰ ਲੱਗਦਾ ਇਹ ਸਿੱਖ ਸਾਈਕੀ ਨੂੰ ਸਮਝ ਹੀ ਨਹੀਂ ਪਾਏ ਨੇ। ਭਾਵੇਂ ਸਿੱਖ ਹੈਗੇ ਪਰ ਸਿੱਖ ਸਾਈਕੀ ਨਹੀਂ ਸਮਝ ਪਾਏ ਨੇ। ਉਹ ਯਾਰ ਅਸੀਂ ਤੇ ਬਚਪਨ ਤੋਂ ਪਲਦੇ ਬਲਦੇ ਹਾਂ ਕਹਾਣੀਆਂ ਸੁਣ ਕੇ, ਜਿੱਥੇ ਇੱਕ ਮੁੱਠ ਛੋਲਿਆਂ ਦੀ ਲੰਗਰ ਵਿੱਚ ਖਾਣ ਨੂੰ ਹੁੰਦੀ ਸੀ ਤੇ ਉਹ ਜਾ ਕੇ ਹਿੰਦੂ ਭਰਾਵਾਂ ਦੀ ਕੁੜੀਆਂ ਨੂੰ ਛੁਡਾ ਕੇ ਲੈ ਕੇ ਆਂਦੇ ਰਹੇ ਆ ਸਿੱਖ, ਤੇ ਖਾਣ ਨੂੰ ਵਾਪਸ ਆ ਕੇ ਕੀ ਹੁੰਦਾ ਸੀ? ਇੱਕ ਮੁੱਠ ਛੋਲਿਆਂ ਦੀ। ਉਹਦੇ ਨਿੱਕੇ ਹੋਣੇ ਅਸੀਂ ਉਸ ਤੇ ਕਵਿਤਾ ਬੋਲਦੇ ਰਹੇ ਹਾਂ, ਉਹ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਤੂੰ, ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਲੋੜ ਪਵੇ ਜੇ ਨਿਸ਼ਾਨਾ ਅਜ਼ਮਾਉਣੇ ਦੀ, ਗੋਲੀ ਮੁੜੇ ਸੀਨੇ ਨੂੰ ਟਿਕਾਵੇ ਤੇਰਾ ਖਾਲਸਾ। ਓਏ ਅਸੀਂ ਤੇ ਇਹਨਾਂ ਜਜ਼ਬਾਤਾਂ ਨਾਲ ਪੜੇ ਬੜੇ ਆ, ਸਾਨੂੰ ਲਾਲਚਾਂ ਕਿਉਂ ਦੇਈ ਜਾ ਰਹੇ ਹੋ? ਇਹ ਲੀਡਰਸ਼ਿਪ ਦੀ ਬੇਈਮਾਨੀ ਇੱਥੋਂ ਹੀ ਸਾਬਤ ਹੁੰਦੀ ਹੈ ਕਿ ਇਹ ਲਾਲਚਾਂ ਦੇ ਰਹੀ ਹੈ। ਅਗਰ ਇਹ ਲੀਡਰਸ਼ਿਪ ਤੁਹਾਨੂੰ ਕਵੇ ਕਿ ਭਾਈ 4 ਰੋਟੀਆਂ ਖਾਂਦਾ ਹੈ, ਭਾਈ ਖਾਲਿਸਤਾਨ ਬਣ ਗਿਆ ਨਾ, ਕਿਧਰੇ 2 ਹੀ ਖਾਣੀਆਂ ਪੈ ਜਾਣੀਆਂ ਨਹੀਂ। ਉਹ ਕਿਧਰੇ ਬਣ ਗਿਆ, ਹੋ ਸਕਦਾ ਇੱਕ ਵੀ ਨਾ ਲੱਭੇ, ਇਸ ਗੱਲ ਦੀ ਕੋਈ ਗਾਰੰਟੀ ਨਹੀਂ। ਪਰ ਗਾਰੰਟੀ ਇਸ ਗੱਲ ਦੀ ਹੈ, ਵਾਅਦਾ ਇਸ ਗੱਲ ਦਾ, ਭਰਾ ਰਾਜ ਆਪਣਾ ਹੋਊਗਾ, ਰਾਜ ਆਪਣਾ ਤੇ ਜ਼ਮੀਨ ਵੀ ਆਪਣੀ ਤੇ ਆਸਮਾਨ ਵੀ ਆਪਣਾ। ਪਰ ਕੋਈ ਲੀਡਰਸ਼ਿਪ ਤੁਹਾਨੂੰ ਇਹ ਗੱਲ ਕਹਿੰਦੀ ਹੈ ਕਿ 100 ਤਕਲੀਫਾਂ ਦੇਖਣੀਆਂ ਪੈਣਗੀਆਂ ਭਾਈ, ਪਰ ਰਾਜ ਅਸੀਂ ਤੁਹਾਨੂੰ ਆਪਣਾ ਦੇ ਦਾਂਗੇ ਨਾ। ਉਹਨਾਂ ਨੇ ਤੁਹਾਡਾ ਪਾਉਂਡ ਸਿੱਧਾ $90 ਦਾ ਕਰ ਦੇਣਾ, ਉੱਥੇ ਕਿਥੇ ਕਿਸੇ ਨੂੰ ਜ਼ੁਲਮ ਹੋਣ ਨਹੀਂ ਦੇਣਾ। ਓਏ ਬੰਦਾ ਸਿੰਘ ਬਹਾਦਰ ਨੇ ਜਿਹੜੇ ਲੋਕਾਂ ਨੂੰ ਕਿਹਾ ਆਪਣੇ ਨਾਲ ਆਣ ਵੀ, ਉਹਨਾਂ ਨੂੰ ਕੀ ਵਾਅਦੇ ਕੀਤੇ? ਕੋਈ ਵਾਅਦਾ ਨਹੀਂ ਕੀਤਾ। ਜੇ ਚਿੱਠੀਆਂ ਪਾਈਆਂ ਲੋਕਾਂ ਨੂੰ, ਬੰਦਾ ਸਿੰਘ ਬਹਾਦਰ ਨੇ ਕੀ ਕਿਹਾ? ਕੀ ਕਿਹਾ? ਮੇਰੇ ਕੋਲ ਤੁਹਾਨੂੰ ਦੇਣ ਨੂੰ ਕੁਛ ਨਹੀਂ ਹੈ, ਮੈਂ ਤੁਹਾਡੇ ਕੋਲੋਂ ਤੁਹਾਡੀ ਜਾਨ ਮੰਗ ਰਿਹਾ। ਬੰਦਾ ਸਿੰਘ ਦੀ ਚਿੱਠੀ ਦਾ ਜੋ ਆਧਾਰ, ਜੋ ਸਰਲੇਖ ਹੁੰਦਾ ਸੀ, ਉਹ ਹੁੰਦਾ ਸੀ ਕਿ ਲੋਕਾਂ ਨੂੰ ਜੋ ਚਿੱਠੀਆਂ ਪਾਈਆਂ ਗਈਆਂ ਪਰਿਵਾਰਾਂ ਨੂੰ, ਉਹਨਾਂ ਨੂੰ ਕਿਹਾ ਗਿਆ ਮੈਂ ਤੁਹਾਡੇ ਤੋਂ ਤੁਹਾਡੀ ਜਾਨ ਮੰਗਦਾ, ਔਰ ਬਦਲੇ ਵਿੱਚ ਮੇਰੇ ਕੋਲ ਤੁਹਾਨੂੰ ਦੇਣ ਨਹੀਂ, ਕੋਈ ਤਨਖਾਹਾਂ ਨਹੀਂ ਹੈਗੀਆਂ,
ਨਾ ਮੇਰੇ ਕੋਲ ਤੁਹਾਨੂੰ ਦੇਣ ਦੀ ਕੋਈ ਯੂਨੀਫਾਰਮ ਹੈ, ਨਾ ਮੇਰੇ ਕੋਲ ਚੰਗੇ ਹਥਿਆਰ ਨੇ, ਨਾ ਮੇਰੇ ਕੋਲ ਘੋੜੇ ਨੇ, ਪਰ ਫਿਰ ਵੀ ਮੈਂ ਤੁਹਾਡੇ ਤੋਂ ਤੁਹਾਡੀ ਜਾਨ ਮੰਗਦਾ। ਇਸ ਮੂਵਮੈਂਟ, ਇਸ ਜ਼ੁਲਮ ਦੇ ਖਾਤਮੇ ਲਈ ਤੁਹਾਨੂੰ ਮੈਂ ਬੁਲਾ ਰਿਹਾ। ਸੋ ਪਰ ਤੁਹਾਨੂੰ ਆਣਾ ਵੀ ਪੈਣਾ ਹੈ। ਨਾਲ ਉਹਨੇ ਇਹ ਵੀ ਕਿਹਾ ਭਾਵੇਂ ਦੇਣ ਲਈ ਕੁਝ ਨਹੀਂ ਹੈ, ਪਰ ਤੁਹਾਨੂੰ ਆਣਾ ਪੈਣਾ ਹੈ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ। ਇਹ ਹੁੰਦੀ ਹੈ ਲੀਡਰਸ਼ਿਪ, ਓਨੈਸਟ ਲੀਡਰਸ਼ਿਪ ਜਿਹਨੂੰ ਅਸੀਂ ਕਹਿੰਦੇ ਆ, ਜੋ ਸਾਹਮਣੇ ਦੱਸਦੀ ਹੈ 100 ਪਰੇਸ਼ਾਨੀਆਂ ਨੇ, ਜਾਨ ਵੀ ਜਾਏਗੀ ਭਾਈ, ਪਰ ਲੱਭਣਾ ਕੁਝ ਨਹੀਂ ਹੈ, ਆਣਾ ਪੈਣਾ, ਪਰ ਆਣਾ ਵੀ ਪੈਣਾ। ਇਦਾਂ ਦੀ ਲੀਡਰਸ਼ਿਪ ਸਾਹਮਣੇ ਆਵੇ ਨਾ, ਜੋ ਕਹੇ ਭਾਈ 100 ਪਰੇਸ਼ਾਨੀਆਂ ਹੋਣਗੀਆਂ, ਰੋਟੀਆਂ 4 ਦੀ ਜਗ੍ਹਾ 2 ਹੀ ਦੇਵਾਂਗੇ, ਪਰ ਯਾਦ ਰੱਖੀ ਭਰਾ ਰਾਜ ਆਪਣਾ ਹੋਊਗਾ ਇੱਕ ਦਿਨ। ਜੋ ਲੀਡਰਸ਼ਿਪ ਉਹ ਹੋਣੀ ਚਾਹੀਦੀ, ਜੇ ਗੋਲੀ ਚਲੇਗੀ ਭਾਈ ਤੇਰੇ ਤੋਂ ਪਹਿਲੇ ਆਪਾਂ ਖਾ ਲਾਂਗੇ, ਆਪਾਂ ਲੀਡਰ ਹੈਗੇ ਨਾ, ਪਹਿਲੇ ਮੈਂ ਮਰਾਂਗਾ। ਉਹ ਸਿੱਖਾਂ ਦੀ ਜਿਹੜੀ ਵੀ ਜਦੋਂ ਵੀ ਕੰਟਰੀਬਿਊਸ਼ਨ ਰਹੀ ਹੈ ਨਾ, ਤੇ ਹਮੇਸ਼ਾ ਇਦਾਂ ਨਹੀਂ ਰਹੀ ਕਿ ਪਹਿਲੇ ਪਿਆਦਾ ਅੱਗੇ ਜਾਊਗਾ, ਪਹਿਲੇ ਲੀਡਰ ਜਾਂਦਾ ਰਿਹਾ। ਅਗਰ ਮਰਨ ਦੀ ਗੱਲ ਹੈ ਤੇ ਪਹਿਲੇ ਲੀਡਰ ਨੇ ਮਰਨਾ ਹੈ। ਇਹ ਐਟੀਟਿਊਡ ਹੁੰਦਾ ਲੀਡਰਸ਼ਿਪ ਦਾ, ਸਿੱਖ ਲੀਡਰਸ਼ਿਪ ਦਾ। ਤੁਸੀਂ ਕਿਹੜਾ ਐਟੀਟਿਊਡ ਸਾਨੂੰ ਦੱਸੀ ਜਾਂਦੇ ਹੋ ਯਾਰ? ਤੁਸੀਂ ਕਹਿੰਦੇ ਹੋ ਅਸੀਂ ਖਾਲਿਸਤਾਨ 'ਚ ਆ ਕੇ ਰਹਿਣਾ ਤੱਕ ਨਹੀਂ ਹੈ। ਤੁਸੀਂ ਕਿੱਦੇ ਲਈ ਨਾ, ਇਹਨਾਂ ਲੋਕਾਂ ਨੇ ਖਾਲਿਸਤਾਨ 'ਚ ਆ ਕੇ ਰਹਿਣਾ, ਇਹਨਾਂ ਨੇ ਉੱਥੇ ਹੀ ਰਹਿਣਾ ਅਮਰੀਕਾ ਵਿੱਚ, ਬਟ ਤੁਹਾਡੇ ਲਈ ਇੰਨੀ ਕੁਰਬਾਨੀ ਹੈ, ਤੁਹਾਡੇ ਲਈ ਇੰਨੇ ਵਚਨਬੰਧ ਨੇ, ਇੰਨੀ ਪਰੇਸ਼ਾਨੀਆਂ, ਇੰਨੇ ਸਭ ਕੁਝ ਸਹਿ ਰਹੇ ਨੇ। ਇਹਨਾਂ ਨੇ ਆਪੇ ਨਹੀਂ ਰਹਿਣਾ ਖਾਲਿਸਤਾਨ ਵਿੱਚ, ਕਿਸੇ ਨੇ ਨਹੀਂ ਰਹਿਣਾ। ਕਿਸੇ ਨੇ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ 20-25 ਸਾਲ ਤੇ ਨਵਾਂ ਦੇਸ਼ ਬਣੂਗਾ ਅਗਰ ਕੋਈ, 20-25 ਸਾਲ ਉੱਥੇ ਬੇਸਿਕ ਸੁਵਿਧਾਵਾਂ ਲੱਭਣੇ ਵੀ ਔਖਾ ਹੋ ਜਾਣਾ। ਇਹਨਾਂ ਨੇ ਕਿੱਥੇ ਆ ਕੇ ਰਹਿ ਲੈਣਾ ਹੈ? ਝੂਠੀ ਬੇਈਮਾਨੀ, ਸਿਰੇ ਦੀ ਬੇਈਮਾਨੀ, ਸਿਰੇ ਦੀ ਬੇਈਮਾਨ ਲੀਡਰਸ਼ਿਪ। ਇਸ ਲੀਡਰਸ਼ਿਪ ਕੋਲ ਹੋਰ ਕੁਝ ਕਰਨ ਨੂੰ ਨਹੀਂ ਹੈ, ਬਲੀ ਦੇ ਬੱਕਰੇ ਬਣਾਈ ਜਾ ਰਹੀ ਹੈ ਸਾਨੂੰ। ਤੇ ਮੈਂ ਇਹ ਕਹਿਣਾ ਚਾਹੁੰਦਾ ਵੀਰੋ, ਇਹ ਗੱਲ ਸਮਝੋ ਦੁਨੀਆ ਕਿੱਦਾਂ ਕੰਮ ਕਰ ਰਹੀ ਹੈ, ਔਰ ਇਹ ਲੀਡਰਸ਼ਿਪ ਸਾਨੂੰ ਕਿੱਦਾਂ ਡਾਇਰੈਕਟ ਕਰ ਰਹੀ ਹੈ। ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਅਗਰ ਤੁਸੀਂ ਸਮਝਦੇ ਹੋ ਦੁਨੀਆ ਇੱਕ ਬਾਜ਼ਾਰ ਦੀ ਤਰ੍ਹਾਂ ਕੰਮ ਕਰਦੀ ਹੈ, ਅਗਰ ਤੁਸੀਂ ਆਪਣੀ ਹੋਂਦ ਐਸਟੈਬਲਿਸ਼ ਕਰਨਾ ਚਾਹੁੰਦੇ ਹੋ ਇਸ ਬਾਜ਼ਾਰ ਵਿੱਚ, ਤੇ ਤੁਹਾਨੂੰ ਵੀ ਇੱਕ ਸੌਦਾਗਰ ਦੀ ਤਰ੍ਹਾਂ ਨਿਤਰਨਾ ਪੈਣਾ ਇੰਟਰਨੈਸ਼ਨਲ ਲੈਵਲ ਤੇ। ਧਾਰਮਿਕ ਲੈਵਲ ਤੇ ਕੁਝ ਵੀ ਨਹੀਂ ਹੋਣਾ। ਧਾਰਮਿਕ ਲੈਵਲ ਤੇ ਅਗਰ ਤੁਸੀਂ ਦੇਸ਼ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰੋਗੇ ਕਿ ਧਾਰਮਿਕ ਦੁਹਾਈ ਦੇ ਕੇ ਕਿ ਸਾਡਾ ਧਰਮ ਹੈ, ਤੇ ਦੇਸ਼ ਐਸਟੈਬਲਿਸ਼ ਨਹੀਂ ਹੋਣਾ। ਉਸ ਬੇਸ ਤੇ ਬਿਲਕੁਲ ਵੀ ਐਸਟੈਬਲਿਸ਼ ਨਹੀਂ ਹੋ ਸਕਦਾ, ਕਿਉਂਕਿ ਇਹ ਦੁਨੀਆ ਤੁਹਾਡੇ ਨਾਲ ਖੜੀ ਨਹੀਂ ਹੋਏਗੀ ਨਾ। ਤੇ ਕੁਝ ਤੁਸੀਂ ਇਹ ਜਿਹਾ ਦੁਨੀਆ ਅੱਗੇ ਅਸੀਂ ਰੱਖ ਪਾਇਆ, ਤੇ ਨਾਲੇ ਕਹਿੰਦੇ ਨੇ ਫਾਊਂਡੇਸ਼ਨ ਸਟੋਨ ਹੋ ਜਾਣਾ ਕਿ ਤੁਸੀਂ ਕਹੋ ਕਿ ਖਾਲਿਸਤਾਨ ਦਾ ਰੈਫਰੈਂਡਮ 2020 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿ ਕੇ ਗਏ ਸੀ ਫਾਊਂਡੇਸ਼ਨ ਸਟੋਨ ਪਾਈ, ਜਦੋਂ ਇਹ ਅਗਰ ਇੰਡੀਅਨ ਫੋਰਸ ਚੜ ਕੇ ਆਂਦੀ ਹੈ ਤੇ ਫਾਊਂਡੇਸ਼ਨ ਸਟੋਨ ਹੋ ਜਾਏਗਾ। ਮੇਰੇ ਹਿਸਾਬ ਨਾਲ ਤੇ ਉਹ ਵੀ ਫਾਊਂਡੇਸ਼ਨ ਸਟੋਨ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਆਪਣੇ ਜਜ਼ਬਾਤ ਦੇ ਹਿਸਾਬ ਨਾਲ ਕਹਿ ਦਿੱਤਾ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਿੱਖਾਂ ਦੇ ਇੰਨੇ ਜਜ਼ਬਾਤ, ਇੰਨੇ ਅਣਖ, ਇੰਨੀ ਤੇ ਬਚੀ ਹੋਈ ਹੈ ਸਿੱਖਾਂ ਵਿੱਚ ਕਿ ਕਦੇ ਅਗਰ ਫੌਜ ਚੜ ਕੇ ਆ ਗਈ ਤਾਂ ਉਸ ਤੋਂ ਬਾਅਦ ਸਿੱਖ ਇਸ ਦੇਸ਼ ਵਿੱਚ ਕਦੇ ਰਹਿਣਗੇ ਨਹੀਂ, ਉਹ ਹਮੇਸ਼ਾ ਜਦੋਜਹਿਦ ਲਈ ਤਤਪਰ ਹੋ ਜਾਣਗੇ। ਪਰ ਇਦਾਂ ਹੋਇਆ ਨਹੀਂ। ਫਿਰ ਉਸ ਤੋਂ ਬਾਅਦ 86 ਵਿੱਚ ਅਸੀਂ ਕਿਹਾ ਕਿ ਅਸੀਂ ਖਾਲਿਸਤਾਨ ਦੀ ਡਿਕਲੇਰੇਸ਼ਨ ਕਰ ਦਿੱਤੀ ਹੈ। ਉਹ ਕੋਈ ਫਾਊਂਡੇਸ਼ਨ ਸਟੋਨ ਹੈਗਾ ਨਹੀਂ ਸੀ, ਉਹ ਵੀ ਕੋਈ ਫਾਊਂਡੇਸ਼ਨ ਸਟੋਨ ਨਹੀਂ ਸੀ, ਉਹ ਸਿਰਫ ਇੱਕ ਡਿਕਲੇਰੇਸ਼ਨ ਕੀਤੀ ਗਈ ਸੀ। ਫਾਊਂਡੇਸ਼ਨ ਸਟੋਨ ਸਮਝਣ ਵਾਲੀ ਚੀਜ਼ ਹੈ ਕਿ ਫਾਊਂਡੇਸ਼ਨ ਸਟੋਨ ਹੁੰਦਾ ਕੀ ਹੈ। ਫਾਊਂਡੇਸ਼ਨ ਸਟੋਨ ਹੁੰਦਾ ਜਿਸ ਤੇ ਕਾਰ ਉਸਾਰੀ ਹੁੰਦੀ ਹੈ, ਤੇ ਇਹ ਜਾਂ ਕੋਈ ਵੀ ਸਟੈਪ ਅੱਜ ਤੱਕ ਸਿੱਖ ਜਗਤ ਵੱਲੋਂ ਨਹੀਂ ਲਿੱਤਾ ਗਿਆ। ਆਈ ਡੋਂਟ ਨੋ ਸਾਡੀ ਲੀਡਰ ਵਿਕੀ ਹੋਈ ਹੈ, ਲੀਡਰਸ਼ਿਪ ਵਿਕੀ ਹੋਈ ਹੈ, ਜਾਂ ਕੀ ਰੀਜ਼ਨ ਨੇ ਕਿ ਕੋਈ ਵੀ ਸਟੈਪ ਇਹ ਜਾਂ ਨਹੀਂ ਹੈ ਜਿਹਦੇ ਨਾਲ ਤੁਸੀਂ ਇਹ ਕਹਿ ਦਿਓ ਕਿ ਸਾਡਾ ਫਾਊਂਡੇਸ਼ਨ ਸਟੋਨ ਖਾਲਿਸਤਾਨ ਦਾ ਅਸੀਂ ਰੱਖ ਦਿੱਤਾ। ਅੱਜ ਤੱਕ ਇੱਕ ਵੀ ਸਟੈਪ, ਇਹ ਰੈਫਰੈਂਡਮ 2020 ਵੀ ਫਾਊਂਡੇਸ਼ਨ ਸਟੋਨ ਨਹੀਂ ਬਣਨਾ, ਕਿਉਂਕਿ ਇਸ ਤੇ ਕੋਈ ਕਾਰ ਉਸਾਰੀ ਨਹੀਂ ਹੋ ਸਕਦੀ। ਹਿੰਦੁਸਤਾਨ ਇਸ ਤੇ ਤੁਹਾਨੂੰ ਕਾਰ ਉਸਾਰੀ ਨਹੀਂ ਕਰਨ ਦੇਗਾ। ਇਹ ਗੈਰ ਸਰਕਾਰੀ ਰੈਫਰੈਂਡਮ ਹੋ ਰਿਹਾ। ਸਰਕਾਰੀ ਰੈਫਰੈਂਡਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਕੰਟਰੀਜ਼ UN ਮੰਨਦਾ, ਜਿਸ ਦੇ ਬੇਸ ਤੇ ਅੱਗੇ ਕੁਝ ਹੋ ਸਕਦਾ ਹੈ, ਕਿਉਂਕਿ ਉਹਦੇ ਦੇਸ਼ ਦੀ ਇਨਵੋਲਵਮੈਂਟ ਹੁੰਦੀ ਹੈ, ਉਹ ਦੇਸ਼ ਦੀ ਗੱਲ ਸੁਣੀ ਜਾਂਦੀ ਹੈ। ਗੈਰ ਸਰਕਾਰੀ ਰੈਫਰੈਂਡਮ ਨੂੰ ਇੱਕ ਡਾਟਾ ਕਲੈਕਸ਼ਨ ਤੋਂ ਜ਼ਿਆਦਾ ਕੁਝ ਨਹੀਂ ਮੰਨਿਆ ਜਾਏਗਾ, ਇੱਕ ਸਰਵੇ ਹੈ। ਇਸ ਤੇ ਸਾਰੀ ਗੱਲ ਇਹ ਬੱਕਰੀ ਦੇ ਬਲੇ ਬਣਾਉਣ ਦੀ, ਬੱਕਰੀ ਦੇ ਤੁਸੀਂ ਕਹੋ ਕਿ ਬਲੀ ਦੇ ਬੱਕਰੇ ਬਣਾਉਣ ਦੀ ਆ, ਉਹਦੀ ਤਿਆਰੀ ਆ। ਔਰ ਬਲੀ ਦੇ ਬੱਕਰੇ ਬਣੀ ਜਾ ਰਹੇ ਨੇ ਮੁੰਡੇ ਨੌਜਵਾਨ। ਉਹਨਾਂ ਨੂੰ ਇਹ ਸਮਝਣਾ ਜ਼ਰੂਰੀ ਹੈ, ਜਦ ਤੱਕ ਲੀਡਰਸ਼ਿਪ ਤੁਹਾਡੇ ਨਾਲ ਓਨੈਸਟ ਨਹੀਂ ਹੋਏਗੀ, ਤੁਹਾਡੇ ਨਾਲ ਖਰੀ ਖੁਰੀਆਂ ਗੱਲਾਂ ਨਹੀਂ ਕਰਦੀ, ਜਦ ਤੱਕ ਤੁਹਾਨੂੰ ਓਨੈਸਟੀ ਨਾਲ ਦੱਸਦੀ ਨਹੀਂ ਹੈ ਕਿ ਅੱਗੇ ਉਹਨਾਂ ਦੇ ਫਿਊਚਰ ਪਲਾਨ ਕੀ ਨੇ, ਇਹ ਦੱਸਦੇ ਕੁਝ ਵੀ ਨਹੀਂ ਨੇ ਕਿ ਇਹਨਾਂ ਦੇ ਫਿਊਚਰ ਪਲਾਨ ਕੀ ਨੇ। ਜਦ ਤੱਕ ਓਨੈਸਟੀ 'ਚ ਤੁਹਾਨੂੰ ਨਹੀਂ ਦੱਸਿਆ ਜਾਂਦਾ, ਤਬ ਤੱਕ ਇਹ ਲੀਡਰਸ਼ਿਪ ਤੇ ਇੱਦਾਂ ਵਿਸ਼ਵਾਸ ਕਰਕੇ ਇੰਨੇ ਵੱਡੇ ਸਟੈਪ ਨਾ ਲਓ। ਇਹ ਸਿਰ ਮੰਗ ਰਹੇ ਨੇ ਤੁਹਾਡੇ ਤੋਂ, ਇਹ ਸਿਰ ਮੰਗਣ ਤੋਂ ਘੱਟ ਕੁਝ ਵੀ ਨਹੀਂ ਹੈਗਾ। ਇਹ ਆਪਣੇ ਆਪ ਨੂੰ ਆਈ ਥਿੰਕ ਗੁਰੂ ਗੋਬਿੰਦ ਸਿੰਘ ਸਮਝ ਬੈਠੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਸਿਰ ਮੰਗੇ ਸੀ। ਤੁਸੀਂ ਜਿਹੜੇ ਲੋਕਾਂ ਨੂੰ ਐਂਟੀ ਨੈਸ਼ਨਲ ਜਾਣ ਲਈ ਉਸੇ ਦੇਸ਼ ਵਿੱਚ ਰਹਿ ਕੇ ਕਹਿ ਰਹੇ ਹੋ ਕਿ ਉਹਨਾਂ ਤੋਂ ਸਿਰ ਮੰਗਣ ਤੋਂ ਘੱਟ ਕੁਝ ਵੀ ਨਹੀਂ ਆ। ਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਮਝਣਾ ਬੰਦ ਕਰੋ, ਤੇ ਲੋਕਾਂ ਦੇ ਭਲਾਈ ਲਈ ਕੰਮ ਕਰੋ,
ਲੋਕਾਂ ਦੇ ਹਿੱਤਾਂ ਲਈ ਕੰਮ ਕਰੋ। ਆਪਣੀ ਗੁੱਡੀ ਚਮਕਾਉਣ ਦੇ ਚੱਕਰ ਵਿੱਚ ਲੋਕਾਂ ਦੀ ਬਲੀਆਂ ਨਾ ਦਿਓ। ਕੁਝ ਕੰਕਰੀਟ ਕਰਨਾ ਚਾਹੁੰਦੇ ਹੋ ਤੇ ਖਾਲਿਸਤਾਨ ਲਈ ਕੁਝ ਕੰਕਰੀਟ ਕਰਕੇ ਦੱਸੋ, ਜੋ ਇਹਨਾਂ ਤੋਂ ਹੋਣਾ ਨਹੀਂ ਹੈ। ਬੇਈਮਾਨ ਲੋਕੀ ਕੰਕਰੀਟ ਨਹੀਂ ਕੁਝ ਕਰ ਸਕਦੇ। ਤੁਸੀਂ ਅਸੀਂ ਜਿੰਨੇ ਵੀ ਬਹਾਦਰ ਕਹੀਏ ਆਪਾਂ ਕੌਮ ਹੈਗੀ, ਜਿੰਨੀ ਵੀ ਅਮੀਰ ਕੌਮ ਹੈਗੀ, ਪਰ ਇਹ ਗੱਲ ਸਮਝਣ ਵਾਲੀ ਹੈ, ਅਗਰ ਅਸੀਂ ਲੀਡਰਸ਼ਿਪ ਇਹ ਜੀ ਪਿੱਛੇ ਲੱਗੇ ਰਹਾਂਗੇ ਜੋ ਬੇਈਮਾਨ ਹੈ, ਜੋ ਟਰਾਂਸਪੇਰੈਂਟ ਨਹੀਂ ਹੈ, ਤੇ ਅਸੀਂ ਕਿਧਰੇ ਵੀ ਨਹੀਂ ਪਹੁੰਚ ਸਕਦੇ। ਮੈਂ ਬਸ ਇਹ ਕਹਿਣਾ ਚਾਹੁੰਦਾ ਅੱਜ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਰਾਵੋ, ਅਗਰ ਤੁਹਾਨੂੰ ਇਹ ਵੀਡੀਓ ਵਧੀਆ ਨਹੀਂ ਲੱਗੀ ਤਾਂ ਦੱਬ ਕੇ ਡਿਸਲਾਈਕ ਕਰੋ, ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਕਰੋ, ਕਿਉਂਕਿ ਆਪਾਂ ਜਾਂ ਹੋਰ ਵੀ ਬਿਆਨ ਇਹਨਾਂ ਦੇ ਵੇਖਣੇ ਆ, ਜਿੱਦਾਂ ਆਉਂਦੇ ਆ ਜਾਂ ਪੁਰਾਣੇ ਵੀ ਜਿਹੜੇ ਬਿਆਨ ਹੈਗੇ ਉਹਨਾਂ ਤੇ ਆਪਾਂ ਹੋਰ ਵੀ ਵੀਡੀਓ ਬਣਾਉਣੀ ਹੈ। ਤੇ ਦੇਖਦੇ ਹਾਂ ਕਿੰਨੇ ਪਾਣੀ 'ਚ ਹੈਗੇ ਤੇ ਕਿੰਨੇ ਕੁ ਪਾਣੀ 'ਚੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।